ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 36ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਬਿਰਾਗਣ ਮਹੱਲਾ ਤੀਜਾ। ਸਭ ਜਗ ਕਾਲੇ ਵਸ ਹੈ, ਬਾਧਾ ਦੂਜੇ ਪਾਏ। ਹਉਮੈ ਕਰਮ ਕਮਾਵਦੇ, ਮਨਮੁਖ ਮਿਲੇ ਸਜਾਏ। ਮੇਰੇ ਮਨ ਗੁਰਚਰਨੀ ਚਿਤ ਲਾਏ। ਗੁਰਮੁਖ ਨਾਮ ਨਿਧਾਨ ਲੈ, ਦਰਗੇ ਲੈ ਛਡਾਏ ਰਹਾਓ। 184 ਭਰਮ ਦੇ, ਮਨ ਹਠ ਆਵੇ ਜਾਏ। ਗੁਰ ਕਾ ਸ਼ਬਦ ਨ ਚੀਨਿਓ, ਫਿਰ ਜੋਨੀ ਪਾਏ। ਗੁਰਮੁਖ ਆਪ ਪਛਾਣਿਆ, ਹਰ ਨਾਮ ਵਸਿਆ ਮਨ ਆਏ। ਅੰਧਨ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ। ਮਨ ਸ਼ਬਦ ਮਰੇ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਜਨ ਨਾਨਕ ਕਰਮੀ ਪਾਇਨ, ਹਰ ਨਾਮਾ ਭਗਤ ਭੰਡਾਰ। ਮਨ ਸ਼ਬਦ ਮਰੇ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਜਨ ਨਾਨਕ ਕਰਮੀ ਪਾਇਨ, ਹਰ ਨਾਮਾ ਭਗਤ ਭੰਡਾਰ। ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਦੱਸਦੇ ਹਨ ਕਿ ਸਾਰਾ ਸੰਸਾਰ ਕਾਲ ਮ੍ਰਿਤੂ ਦੇ ਵਸ ਹੈ ਜੀ, ਅਤੇ ਦਵੈਤ ਭਾਵ ਵਿਕਾਰਾਂ ਵਿੱਚ, ਹਉਮੈ ਵਿੱਚ ਬੰਨ੍ਹਿਆ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮਨਮੁਖ ਹਉਮੈ ਕਰਮ ਕਮਾਉਂਦੇ ਹਨ ਜੀ, ਉਹਨਾਂ ਨੂੰ ਈਸ਼ਵਰੀ ਦਰਗਾਹ ਵਿੱਚ ਕੋਈ ਜਗ੍ਹਾ ਨਹੀਂ ਮਿਲਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ, ਗੁਰਸ਼ਬਦ ਗੁਰਬਾਣੀ ਨੂੰ ਚਰਨਾਂ ਵਿੱਚ ਲਾ ਅਤੇ ਚਿੱਤ ਵਿੱਚ ਜੋੜ। ਗੁਰਸ਼ਬਦ ਗੁਰਬਾਣੀ ਦੀ ਸਿੱਖਿਆ ਦੁਆਰਾ ਨਾਮ ਦਾ ਖਜ਼ਾਨਾ ਪ੍ਰਾਪਤ ਕਰ, ਜੋ ਤੈਨੂੰ ਪਰਮੇਸ਼ਰ ਦੀ ਦਰਗਾਹ ਵਿੱਚੋਂ ਛੁਡਾ ਲਵੇਗਾ ਜੀ। ਭਾਵ ਵਿਕਾਰਾਂ 'ਤੇ ਕਾਬੂ ਪਾਉਣ ਦਾ ਰਸਤਾ ਦੱਸੇਗਾ ਜੀ, ਅਤੇ ਆਵਾਗਮਨ ਦੇ ਗੇੜ ਵਿੱਚ ਨਹੀਂ ਪਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨਮੁਖ ਵਿਅਕਤੀ 84 ਲੱਖ ਜੂਨਾਂ ਦੇ ਗੇੜ ਵਿੱਚ ਪੈ ਰਹਿੰਦੇ ਹਨ ਜੀ, ਅਤੇ ਮਾਇਆਵੀ ਵਿਕਾਰ ਅਤੇ ਮਨ ਦੇ ਹੱਠ ਕਰਕੇ ਆਉਂਦੇ ਜਾਂਦੇ ਰਹਿੰਦੇ ਹਨ ਜੀ। ਭਾਵ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਗੁਰਬਾਣੀ ਨਾਮ ਨੂੰ ਨਹੀਂ ਸਮਝਿਆ, ਉਹ ਬਾਰ ਜੂਨਾਂ ਵਿੱਚ ਪਿਆ ਰਹਿੰਦਾ ਹੈ ਜੀ। ਭਾਵ ਜਿਸ ਮਨੁੱਖ ਨੇ, ਜਿਸ ਜੀਵ ਨੇ ਵਿਕਾਰਾਂ 'ਤੇ ਕਾਬੂ ਨਹੀਂ ਪਾਇਆ ਅਤੇ ਆਪਣੇ ਮੂਲ ਨੂੰ ਨਹੀਂ ਪਛਾਣਿਆ, ਉਹ ਹਉਮੈ ਵਿੱਚ ਹੀ ਵਿਕਾਰਾਂ ਵਾਂਗ ਹੀ ਜ਼ਿੰਦਗੀ ਬਤੀਤ ਕਰਕੇ ਆਵਾਗਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਸਾਧਕ ਆਪਣੇ ਆਪ ਨੂੰ ਪਛਾਣ ਲੈਂਦੇ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਹਰ ਨਾਮ ਉਸ ਦੇ ਮਨ ਵਿੱਚ ਆ ਵਸਦਾ ਹੈ ਜੀ, ਅਤੇ ਉਸ ਨਾਲ ਆਪਣਾ ਚਿੱਤ ਲਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਹਰ ਰੋਜ਼ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਸ਼ਬਦ ਗੁਰਬਾਣੀ ਹਰ ਨਾਮ ਰਾਹੀਂ ਆਤਮਿਕ ਸੁੱਖ ਵਿੱਚ ਸਮਾ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਸਾਧਕ ਦਾ ਮਨ ਗੁਰਸ਼ਬਦ ਗੁਰਬਾਣੀ ਗੁਰਮਤਿ ਦੁਆਰਾ ਜਿਉਂਦੇ ਜੀ ਮਰਦਾ ਹੈ, ਭਾਵ ਜੋ ਆਪਣੇ ਆਪ ਵਿਕਾਰਾਂ ਨੂੰ ਛੱਡ ਕੇ ਆਪਣੇ ਮਨ 'ਤੇ ਕਾਬੂ ਪਾਉਂਦੇ ਹਨ, ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਵਿਸ਼ਵਾਸ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਹਉਮੈ ਅਤੇ ਮਾਨਸਿਕ ਵਿਕਾਰਾਂ ਨੂੰ ਛੱਡ ਦਿੰਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੇ ਸਾਧਕ ਪਰਮੇਸ਼ਰ ਦੀ ਕਿਰਪਾ ਨਾਲ ਗੁਰਸ਼ਬਦ, ਗੁਰਬਾਣੀ, ਹਰਨਾਮ ਅਤੇ ਭਗਤੀ ਦੇ ਭੰਡਾਰ ਪ੍ਰਾਪਤ ਕਰਦੇ ਹਨ ਜੀ, ਅਤੇ ਆਪਣੇ ਹਰਮੂਲ ਚਿੱਤ ਨਾਲ ਜੁੜਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ, ਮਨੁੱਖ ਵਿਅਕਤੀ ਆਪਣੇ ਮਨੋ ਵਿਕਾਰਾਂ ਅਤੇ ਹਉਮੈ ਦੇ ਫਲਸਰੂਪ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ, ਗੁਰਬਾਣੀ ਨਾਲ ਚਿੱਤ ਜੋੜ ਕੇ ਗੁਰਸ਼ਬਦ, ਗੁਰਬਾਣੀ ਨਾਮ ਸਾਧਨਾ ਵਿੱਚ ਕੀਤੀ ਲੀਨਤਾ ਹੀ ਈਸ਼ਵਰੀ ਦਰਗਾਹ ਵਿੱਚ ਪ੍ਰਤਿਸ਼ਠਾ ਪ੍ਰਾਪਤ ਕਰਾਉਂਦੀ ਹੈ ਜੀ। ਭਾਵ ਉਸ ਨਾਲ ਹੀ ਵਿਕਾਰਾਂ 'ਤੇ ਕਾਬੂ ਹੁੰਦਾ ਹੈ ਜੀ, ਅਤੇ ਉਸ ਨਾਲ ਹੀ ਹਰਮੂਲ ਦੀ ਪਹਿਚਾਣ ਹੁੰਦੀ ਹੈ ਜੀ। ਭਾਵ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ ਜੀ, ਆਪਣੀ ਹੋਂਦ ਦੀ ਪਹਿਚਾਣ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਨਾਲ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਆਵਾਗਮਨ ਦੇ ਚੱਕਰ ਵਿੱਚ ਨਹੀਂ ਪਈਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਪਾਉਣ ਵਾਲੀ ਇਸ ਦੀ ਆਪਣੀ ਹਉਮੈ ਹੈ, ਉਦੋਂ ਤੱਕ ਇਸ 'ਤੇ ਕਾਬੂ ਨਹੀਂ ਪਾਉਂਦੇ। ਜਦੋਂ ਤੱਕ ਜੀਵ ਇਸ ਹਉਮੈ ਰੂਪੀ ਵਿਕਾਰ ਨੂੰ ਤਿਆਗ ਕੇ ਗੁਰੂ ਦੇ ਸ਼ਬਦ, ਗੁਰਬਾਣੀ ਰਾਹੀਂ ਪਰਮੇਸ਼ਰ ਨਾਲ ਨਹੀਂ ਜੁੜਦਾ, ਇਸ ਨੂੰ ਆਪਣੇ ਆਪ ਦੀ ਸੋਝੀ ਨਹੀਂ ਆ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਉਮੈ ਤੋਂ ਛੁਟਕਾਰਾ ਪਾਉਣ ਦੀ ਜੁਗਤੀ ਇਹੋ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖੀ ਮਨ ਗੁਰਸ਼ਬਦ, ਗੁਰਬਾਣੀ ਵਿੱਚ ਚਿੱਤ ਲਾ ਕੇ, ਭਾਵ ਉਸ ਦੀ ਸਿੱਖ ਲੈ ਕੇ ਗੁਰਮਤਿ ਦਾ ਜੀਵਨ ਬਤੀਤ ਕਰੇ, ਅਤੇ ਉਸ ਦੇ ਨਾਲ ਇਸ ਦੀ ਹਉਮੈ ਖਤਮ ਹੋ ਜਾਵੇਗੀ ਜੀ, ਭਾਵ ਨਸ਼ਟ ਹੋ ਜਾਵੇਗੀ। ਅਤੇ ਫਿਰ ਇਸ ਨੂੰ ਆਪਣੇ ਆਪ ਦੀ ਪਹਿਚਾਣ ਹੋਵੇਗੀ, ਜਿਸ ਨਾਲ ਇਹ ਆਪਣੇ ਹਰਮੂਲ ਨਾਲ ਜੁੜ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਸਾਈਂ ਦੀ ਬਖਸ਼ਿਸ਼ ਨਾਲ ਹੀ ਆਪਾ ਆਪ ਪਛਾਣ ਕੇ ਇਸ ਗੁਰਸ਼ਬਦ, ਗੁਰਬਾਣੀ ਨਾਮ ਵਿੱਚ ਲੀਨ ਹੋ ਸਕੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।